ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਜੋਗ ਮਾਇਆ ਦਾ ਅਚੰਭਾ ਇਹ ਕੀ ਹੁੰਦਾ ਹੈ, ਇਸ ਦੀ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇਹ ਜਿਹੜੀ ਜੋਗ ਮਾਇਆ ਹੈ ਇਸ ਨੂੰ ਕੁਦਰਤ ਵੀ ਆਖਿਆ ਗਿਆ ਹੈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਕਿ ਕੁਦਰਤ ਦਿਸੀਏ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ। ਜਿਹੜੀ ਚੀਜ਼ ਦਿਖਾਈ ਦਿੰਦੀ ਆ ਉਹ ਕੁਦਰਤ ਦੀ ਕੈਟਾਗਰੀ ਦੇ ਵਿੱਚ ਆ ਜਾਂਦੀ ਆ, ਇਸ ਕਰਕੇ ਜੋਗ ਮਾਇਆ ਨੂੰ ਕੁਦਰਤ ਵੀ ਆਖਦੇ ਆ। ਸੋ ਆਮ ਜਿਹੜੀ ਸਧਾਰਨ ਮਾਇਆ ਹੈਗੀ ਆ ਉਹ ਹੁੰਦੀ ਆ ਰਜੋ ਤਮੋ ਸਤੋ ਤਿੰਨਾਂ ਗੁਣਾਂ ਦੇ ਸੁਮੇਲ ਤੋਂ ਬਣੀ ਹੋਈ। ਲੇਕਿਨ ਇਸ ਮਾਇਆ ਦੀਆਂ ਫਿਰ ਅੱਗੇ ਜਿਹੜੀਆਂ ਹਨ ਜੋ ਮਹਾਤਮਾ ਨੇ ਤਿੰਨ ਕਿਸਮਾਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਪਹਿਲੀ ਕਿਸਮ ਕੀ ਹੁੰਦੀ ਆ, ਪਹਿਲੀ ਆਖਦੇ ਹੈ ਜੜ ਮਾਇਆ। ਇਸ ਜੜ ਮਾਇਆ ਦੇ ਅੰਦਰ ਸੋਨਾ ਚਾਂਦੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਦੁਰਲੱਭ ਪਦਾਰਥ ਆ ਉਹ ਆ ਜਾਂਦੇ ਆ। ਦੂਸਰਾ ਕੀ ਹੁੰਦਾ, ਦੂਸਰੀ ਚੇਤਨ ਮਾਇਆ ਆ ਜਾਂਦੀ ਹੈ। ਚੇਤਨ ਮਾਇਆ ਦੇ ਵਿੱਚ 84 ਲੱਖ ਜੀਵ ਜਿਹੜੇ ਆ ਇਹਨਾਂ ਦੀ ਗਿਣਤੀ ਉਹ ਹੋ ਜਾਂਦੀ ਆ। ਅਤੇ ਤੀਸਰਾ ਹੁੰਦਾ ਹੈ ਸੂਖਮ ਮਾਇਆ। ਇਹ ਜਿਹੜੀ ਸੂਖਮ ਮਾਇਆ ਹੁੰਦੀ ਇਹਦੇ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਇਹ ਸਾਰੀਆਂ ਚੀਜ਼ਾਂ ਜੰਤਰ ਮੰਤਰ ਤੰਤਰ ਜਾਦੂ ਟੂਣਾ ਇਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ। ਇਹਨਾਂ ਤਿੰਨਾਂ ਤੋਂ ਇਲਾਵਾ ਇੱਕ ਜਿਹੜੀ ਬੜੀ ਅਚੰਭੇ ਦੀ ਮਾਇਆ ਹੈਗੀ ਆ ਉਸ ਨੂੰ ਅਸੀਂ ਜੋਗ ਮਾਇਆ ਆਖ ਦਿੰਦੇ ਹਾਂ। ਸੋ ਇਹ ਜਿਹੜੀ ਜੋਗ ਮਾਇਆ ਹੈਗੀ ਆ ਇਹ ਇਨਸਾਨ ਦੀ ਬੁੱਧੀ ਦੀ ਪਕੜ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਇਹ ਜਿਹੜੀ ਮਾਇਆ ਹੁੰਦੀ ਹੈ ਇਹ ਕਲਪਨਾ ਤੋਂ ਬਾਹਰ ਹੈ। ਇਸ ਕਰਕੇ ਇਸ ਨੂੰ ਹੈ ਨਾ ਜੋਗ ਮਾਇਆ ਆਖਿਆ ਜਾਂਦਾ ਹੈਗਾ। ਜੋਗ ਦਾ ਮਾਇਆ ਦਾ ਭਾਵ ਉਹ ਹੁੰਦਾ ਹੈਗਾ ਕਿ ਇਹ ਉਹ ਮਾਇਆ ਜਿਹੜੀ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਭਾਵ ਕੀ ਹੈ, ਜਿਹੜਾ ਪਰਮੇਸ਼ਰ ਦਾ ਕੁਦਰਤੀ ਅਚੰਭਾ ਰੂਪ ਹੈ, ਅਚਰਜ ਰੂਪ ਹੈ, ਬਿਸਮਾਦ ਰੂਪ ਹੈ। ਸੋ ਇਸ ਮਾਇਆ ਨੂੰ ਸਮਝਣ ਦੇ ਵਾਸਤੇ ਨਾ ਬੜੀ ਇੱਕ ਅਜੀਬ ਜਿਹੜੀ ਘਟਨਾ ਹੈ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇਹ ਘਟਨਾ ਜਿਹੜੀ ਹੈ ਕਿਸੇ ਮਹਾਤਮਾ ਨੇ 1982 ਦੇ ਵਿੱਚ ਜਿਹੜੀ ਸੀਗੀ ਉਹ ਸਾਂਝੀ ਕੀਤੀ ਸੀਗੀ। ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਬੜੇ ਹੈ ਨਾ ਉੱਚ ਕੋਟੀ ਦੇ ਵਿਦਵਾਨ ਹੋਏ ਆ ਪੰਡਤ ਜਿਹੜੇ ਉੜੀਸਾ ਰਹਿੰਦੇ ਸੀਗੇ। ਇਹ ਜਿਹੜੇ ਪੰਡਤ ਵਿਦਵਾਨ ਸੀਗੇ ਇਹ ਕਾਫੀ ਵੇਦਾਂ ਸ਼ਾਸਤਰਾਂ ਦੇ ਗਿਆਤਾ ਹੋਏ ਆ। ਅਤੇ ਦੂਸਰੀ ਗੱਲ ਇਹ ਸੀਗੀ ਕਿ ਇਹਨਾਂ ਦੀ ਧਾਰਮਿਕ ਸ਼ਖਸੀਅਤ ਜਿਹੜੀ ਸੀਗੀ ਇੱਥੋਂ ਤੱਕ ਸੀਗੀ ਕਿ ਇਹਨਾਂ ਨੇ ਸਾਰੀ ਉਮਰ ਹੈ ਨਿਸ਼ਕਾਮ ਸੇਵਾ ਕੀਤੀ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਸੀਗੀ ਇਹ ਮਾਇਆ ਜਿਹੜੀ ਸੀ ਇੱਕ ਸਧਾਰਨ ਬੰਦੇ ਨੂੰ ਦਿਖਾਈ ਸੀ। ਜਦੋਂ ਉਹਨੇ ਉਹ ਪ੍ਰਸ਼ਨ ਕੀਤਾ ਸੀਗਾ ਕਿ ਕੁਦਰਤ ਜਿਹੜੀ ਹੈ ਇਹ ਕੀ ਹੁੰਦੀ ਹੈ, ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਸੀਗੀ ਇਹ ਮਾਇਆ ਜਿਹੜੀ ਸੀ ਉਹਨੂੰ ਦਿਖਾਈ ਸੀਗੀ। ਔਰ ਆਪ ਸਾਰੀਆਂ ਸੰਗਤਾਂ ਨੇ ਪਿਛਲੀਆਂ ਵੀਡੀਓ ਦੇ ਵਿੱਚ ਜਾਣੀ ਇਹ ਜਿਹੜੀ ਮਾਇਆ ਦਾ ਜੋ ਵਰਣਨ ਹੈ ਦਾਸ ਨੇ ਸਾਂਝਾ ਕੀਤਾ ਸੀਗਾ। ਸੋ ਉਹ ਜਿਹੜਾ ਪੰਡਤ ਉੜੀਸਾ ਦਾ ਸੀਗਾ, ਜਦ ਉਸ ਪੰਡਤ ਦਾ ਜਿਹੜਾ ਸੀਗਾ ਨਿਸ਼ਕਾਮ ਸੇਵਾ ਕਰਦੇ ਕਰਦੇ ਜੀਵਨ ਜਿਹੜਾ ਸੀ ਬਤੀਤ ਹੋ ਰਿਹਾ ਸੀਗਾ, ਅਤੇ ਉਹਨੇ ਆਪਣਾ ਜਿਹੜਾ ਪਰਿਵਾਰ ਸੀਗਾ ਸਾਰਾ ਵਿਆਹਤਾ। ਪਰਿਵਾਰ ਵਿਆਹ ਕੇ ਫਿਰ ਮਨ ਦੇ ਵਿੱਚ ਸੋਚਿਆ ਕਿ ਮੈਂ ਹੁਣ ਜਿਹੜੀਆਂ ਸੰਸਾਰ ਦੀਆਂ ਸਾਰੀ ਜ਼ਿੰਮੇਵਾਰੀਆਂ ਇਹਨਾਂ ਤੋਂ ਹੁਣ ਮੈਂ ਜਿਹੜਾ ਹੈਗਾ ਉਹ ਬਿਲਕੁਲ ਫਰੀ ਹੋ ਗਿਆ, ਅਤੇ ਹੁਣ ਕਿਉਂ ਨਾ ਹੋਵੇ ਕਿ ਕਿਸੇ ਚੰਗੀ ਜਗ੍ਹਾ ਜਾ ਕੇ ਨਾ ਕੋਈ ਸੇਵਾ ਕੀਤੀ ਜਾਵੇ। ਇਸ ਕਰਕੇ ਉੜੀਸਾ ਦੇ ਵਿੱਚ ਇੱਕ ਜਗਨੇਸ਼ਵਰ ਦਾ ਜਾਣੀ ਦਾ ਮੰਦਿਰ ਹੈਗਾ। ਉਸ ਮੰਦਿਰ ਦੇ ਕੋਲ ਇਹ ਜਿਹੜਾ ਆਦਮੀ ਸੀਗਾ ਇਹਨੇ ਇੱਕ ਕਿਰਾਏ 'ਤੇ ਮਕਾਨ ਲੈ ਲਿਆ। ਉੱਥੇ ਆਪਣੀ ਜਿਹੜੀ ਪਤਨੀ ਸੀ ਉਹਨੂੰ ਵੀ ਨਾਲ ਲੈ ਗਏ ਅਤੇ ਦੋਨੇ ਜਿਹੜੇ ਸੀ ਉੱਥੇ ਰਹਿਣ ਲੱਗ ਪਏ। ਉੱਥੇ ਰਹਿ ਕੇ ਇਹਨਾਂ ਨੇ ਕੀਤਾ ਜਿਹੜੇ ਸ਼ਾਸਤਰ ਸੀਗੇ ਜਾਂ ਹੋਰ ਧਾਰਮਿਕ ਗ੍ਰੰਥ ਸੀ ਉਹਨਾਂ ਦਾ ਦੁਬਾਰਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਜਦ ਦੁਬਾਰਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਇਹਨਾਂ ਨੇ ਜਿਹੜਾ ਸੀਗਾ ਉੱਥੇ ਇੱਕ ਚੌਂਕੜੀ ਇਹ ਹਿਸਾਬ ਦੀ ਮਾਰੀ ਆ ਉਸ ਪੰਡਤ ਵਿਦਵਾਨ ਨੇ ਕਿ ਉਹਦੇ ਵਿੱਚ ਜਿਹੜਾ ਸੀ 108 ਮੰਤਰਾਂ ਦਾ ਜਿਹੜਾ ਸੀਗਾ ਇਹਨੀ ਜਾਪ ਕਰਨਾ ਸੀਗਾ। ਜਦੋਂ ਇਹਨਾਂ ਨੇ 107 ਮੰਤਰਾਂ ਦਾ ਜਾਪ ਕੀਤਾ, ਜਾਪ ਕਰਨ ਤੋਂ ਬਾਅਦ ਇਹ ਜਾਪ ਕਰਦੇ ਇਸ ਜਾਪ ਪਾਠ ਦੇ ਵਿੱਚ ਬਿਲਕੁਲ ਉਹਦਾ ਹੀ ਰੂਪ ਜਿਹੜੇ ਸੀ ਬਣ ਜਾਂਦੇ ਸੀ। ਇੰਨੇ ਮੰਤਰ ਮੁਗਧ ਹੋ ਕੇ ਇਹ ਜਿਹੜੇ ਸੀ ਇਹਨਾਂ ਪਾਠਾਂ ਦਾ ਜਾਪ ਕਰਦੇ ਹੁੰਦੇ ਸੀ। ਇੱਕ ਦਿਨ ਕੀ ਹੋਇਆ, ਜਦੋਂ 107 ਜਾਪ ਪੂਰੇ ਹੋ ਗਏ, 108ਵਾਂ ਜਾਪ ਜਦੋਂ ਨੇ ਸ਼ੁਰੂ ਕੀਤਾ ਅਤੇ ਉਹ ਵੀ ਜਿਹੜਾ ਜਾਪ ਕਰਦੇ ਸੀਗੇ ਉਹ ਵੀ ਬਿਲਕੁਲ ਕਾਮਨਾ ਤੋਂ ਰਹਿਤ ਹੋ ਕੇ ਕਰਦੇ ਸੀ। ਪਰ ਦੇਖੋ ਅਚਨਚੇਤ ਮਨ ਦੇ ਵਿੱਚ ਇੱਕ ਐਸਾ ਫੁਰਨਾ ਜਿਹੜਾ ਸੀਗਾ ਉਹ ਆ ਗਿਆ। ਉਸ ਫੁਰਨੇ ਵਿੱਚ ਖਿਆਲ ਇਹ ਆਇਆ ਕਿ ਜਦੋਂ ਮਾਰਕੰਡੇ ਰਿਸ਼ੀ ਨੇ ਜਿਹੜਾ ਸੀਗਾ ਉਹ ਨਿਰੰਕਾਰ ਪਰਮੇਸ਼ਰ ਦਾ ਜਾਪ ਕੀਤਾ ਸੀਗਾ ਅਤੇ ਉਹਦੇ ਵਿੱਚ ਵੀ ਉਹਦੇ ਮਨ ਦੇ ਵਿੱਚ ਫੁਰਨਾ ਆ ਗਿਆ ਸੀਗਾ ਕਿ ਇਹ ਜਿਹੜੀ ਯੋਗ ਮਾਇਆ ਹੁੰਦੀ ਹੈ ਕੀ ਹੁੰਦੀ ਆ, ਮੈਂ ਇਹਦੀ ਇੱਕ ਝਲਕ ਦੇਖਣਾ ਚਾਹੁੰਦਾ। ਸੋ ਉਸ ਵਾਹਿਗੁਰੂ ਪਰਮਾਤਮਾ ਨੇ ਮਾਰਕੰਡੇ ਰਿਸ਼ੀ ਨੂੰ ਯੋਗ ਮਾਇਆ ਸੀਗੀ ਇਹ ਦਿਖਾਲੀ ਸੀਗੀ, ਅਤੇ ਇਹਦੇ ਪੰਡਤ ਦੇ ਵਿੱਚ ਵੀ ਇਹੋ ਫੁਰਨਾ ਆ ਗਿਆ ਕਿ ਜਿਹੜੀ ਮਾਰਕੰਡੇ ਰਿਸ਼ੀ ਨੇ ਯੋਗ ਮਾਇਆ ਦੇਖੀ ਆ ਉਹ ਕੀ ਹੁੰਦੀ ਆ, ਕੀ ਪਰਮੇਸ਼ਰ ਮੈਨੂੰ ਵੀ ਇਹ ਦਿਖਾ ਸਕਦਾ ਹੈ। ਦੇਖੋ ਇਹ ਇੱਛਾ ਬਣ ਗਈ।
ਜਦ ਇੱਛਾ ਬਣ ਗਈ, ਉਸ ਤੋਂ ਬਾਅਦ 108 ਪਾਠਾਂ ਦਾ ਜਿਹੜਾ ਭੋਗ ਸੀਗਾ ਇਹਦਾ ਸੰਪੂਰਨ ਹੋ ਗਿਆ। ਜਦ ਦਿਨ ਚੜ੍ਹਿਆ ਤੇ ਇਹਨੇ ਆਪਣੀ ਜਿਹੜੀ ਘਰ ਵਾਲੀ ਸੀ ਪੰਡਤਾਣੀ ਸੀਗੀ ਉਹਨੂੰ ਕਿਹਾ, ਕਹਿੰਦੇ ਵੀ ਤੂੰ ਇਸ ਤਰ੍ਹਾਂ ਕਰ, ਅੱਜ ਮੇਰਾ ਖਿਚੜੀ ਖਾਣ ਨੂੰ ਦਿਲ ਕਰਦਾ ਤੇ ਤੂੰ ਖਿਚੜੀ ਬਣਾ, ਤਦ ਤੱਕ ਮੈਂ ਘਾਟ 'ਤੇ ਜਾ ਕੇ ਇਸ਼ਨਾਨ ਕਰਿਆ ਵਾਂ। ਕਿਉਂ ਉੜੀਸਾ 'ਚ ਰਹਿੰਦੇ ਸੀਗੇ ਤੇ ਇਸ ਕਰਕੇ ਸਮੁੰਦਰ ਦੇ ਕੰਢੇ ਗਿਆ। ਇਹਨੇ ਜਾ ਕੇ ਆਪਣੇ ਜਿਹੜਾ ਸੀਗਾ ਛੋਟਾ ਡੰਡਾ ਜਿਹੜਾ ਸੀਗਾ ਬਾਹਰ ਰੱਖ ਦਿੱਤਾ। ਉਸ ਤੋਂ ਬਾਅਦ ਆਪਣੀ ਜਿਹੜੀ ਇੱਕ ਸੁੱਕੇ ਕੱਪੜੇ ਸੀ, ਧੋਤੀ ਸੀ, ਉਹ ਵੀ ਬਾਹਰ ਰੱਖ ਦਿੱਤੀ ਤਾਂ ਆਪ ਸਮੁੰਦਰ ਦੇ ਵਿੱਚ ਨਹਾਉਣ ਵਾਸਤੇ ਜਾ ਵੜਿਆ। ਜਿਉਂ ਹੀ ਇੱਕ ਚੁੱਭੀ ਸਮੁੰਦਰ ਦੇ ਵਿੱਚ ਲਾਈ, ਜਦ ਚੁੱਭੀ ਲਾ ਕੇ ਬਾਹਰ ਨਿਕਲਿਆ ਤੇ ਇਹਨੇ ਕੀ ਦੇਖਿਆ ਕਿ ਇਹ ਕਾਸ਼ੀ ਪਹੁੰਚ ਗਿਆ ਹੈਗਾ। ਉੱਥੇ ਕਾਸ਼ੀ ਦੇ ਵਿੱਚ ਇੱਕ ਘਾਟ ਹੈਗਾ, ਜਿਸ ਘਾਟ ਦਾ ਨਾਂ ਜਿਹੜਾ ਹੈਗਾ ਉਹ ਦਸ਼ਾਸ਼ਮੇਧ ਘਾਟ ਹੈ। ਜਦ ਕਾਸ਼ੀ 'ਚ ਪਹੁੰਚਿਆ ਦਸ਼ਾਸ਼ਮੇਧ ਘਾਟ ਦੇ ਵਿੱਚ ਬੜਾ ਹੈਰਾਨ ਹੋ ਗਿਆ ਕਿ ਮੈਂ ਤਾਂ ਉੜੀਸਾ ਸੀਗਾ ਤੇ ਮੈਂ ਕਾਸ਼ੀ ਜਿਹੜਾ ਹੈਗਾ ਦਸ਼ਾਸ਼ਮੇਧ ਘਾਟ ਇੱਥੇ ਕਿੱਦਾਂ ਪਹੁੰਚ ਗਿਆ ਹੈਗਾ। ਇਹਨੇ ਨਾਲ ਦੇ ਜਿਹੜੇ ਹੋਰ ਬੰਦੇ ਉੱਥੇ ਇਸ਼ਨਾਨ ਕਰਦੇ ਸੀ ਉਹਨੂੰ ਪੁੱਛਿਆ ਵੀ ਇਹ ਕਿਹੜਾ ਸਥਾਨ ਹੈ, ਕਿਹੜੀ ਜਗ੍ਹਾ ਹੈ। ਉਹਨੇ ਕਹਿਤਾ ਵੀ ਇਹ ਕਾਸ਼ੀ ਹੈਗੀ ਆ, ਬਨਾਰਸ ਦਾ ਇਲਾਕਾ ਹੈ। ਜਦ ਇੰਨੀ ਗੱਲ ਹੋਈ ਉਹ ਬੜਾ ਹੈਰਾਨ ਹੋਇਆ, ਕਹਿੰਦਾ ਵੀ ਮੈਂ ਤਾਂ ਉੱਥੇ ਸੀਗਾ ਤੇ ਇੱਥੇ ਜਗਨਨਾਥ ਦੇ ਮੰਦਿਰ ਤੋਂ ਜਾਣੀ ਉੱਥੇ ਉੜੀਸਾ 'ਚ ਰਹਿੰਦਾ ਸੀਗਾ, ਮੈਂ ਇੱਥੇ ਕਿਵੇਂ ਆ ਗਿਆ ਹੈਗਾ। ਤੇ ਜਦ ਇਹਨੇ ਆਪਣੇ ਆਪ ਦੇ ਸਰੀਰ ਨੂੰ ਦੇਖਿਆ ਤਾਂ ਦੇਖ ਕੇ ਹੈਰਾਨ ਹੋ ਗਿਆ, ਇਹਦੇ ਸਰੀਰ ਦੇ ਵਿੱਚ ਵੀ ਤਬਦੀਲੀ ਆ ਗਈ। ਤਾਂ ਉਹਦੇ ਵਿੱਚ ਇਹ ਜਿਹੜਾ ਸੀਗਾ ਦੇਖੋ ਉੱਥੇ ਬੜੇਪੇ ਦਾ ਸਰੀਰ ਸੀਗਾ, ਇੱਥੇ ਬਿਲਕੁਲ ਨੌਜਵਾਨ ਦਾ ਸਰੀਰ ਇਹਦਾ ਬਣ ਗਿਆ। ਇਹ ਵੀ ਹੈਰਾਨ ਹੋਇਆ, ਮਨ 'ਚ ਸੋਚੇ ਵੀ ਮੇਰੇ ਨਾਲ ਹੋ ਕਿੱਦਾਂ ਗਿਆ ਹੈ। ਪਰ ਜਦੋਂ ਇਹਨੇ ਥੋੜ੍ਹੀ ਜਿਹੀ ਗੱਲ ਜਿਹੜੀ ਸੀ ਉਹ ਨਾਲ ਦੇ ਸਾਥੀਆਂ ਨਾਲ ਸਾਂਝੀ ਕੀਤੀ ਵੀ ਮੈਂ ਤਾਂ ਉੱਥੇ ਨਹਾਉਂਦਾ ਸੀਗਾ, ਮੈਂ ਇੱਥੇ ਕਿਵੇਂ ਪਹੁੰਚ ਗਿਆ, ਉਹ ਸਾਰੇ ਲੋਕ ਹੱਸਣ ਲੱਗ ਪਏ, ਕਹਿਣ ਲੱਗ ਪਏ ਲੱਗਦਾ ਕੋਈ ਪਾਗਲ ਆਦਮੀ ਹੈਗਾ ਜਿਸ ਹਿਸਾਬ ਦੀ ਗੱਲ ਕਰਦਾ ਹੈਗਾ ਕਿ ਉੜੀਸਾ ਦੇ ਸਮੁੰਦਰ 'ਚ ਨਹਾ ਕੇ ਇੱਥੇ ਕੋਈ ਆਦਮੀ ਕਿਵੇਂ ਪਹੁੰਚ ਸਕਦਾ ਹੈਗਾ ਇੱਕੋ ਹੀ ਚੁੱਭੀ ਲਾ ਕੇ। ਅਤੇ ਦੂਸਰੀ ਗੱਲ ਹੈ ਵੀ ਉੱਥੇ ਇਹਦਾ ਸਰੀਰ ਜਿਹੜਾ ਸੀਗਾ ਬਿਰਧ ਸੀਗਾ ਅਤੇ ਇੱਥੇ ਆ ਕੇ ਇਹਦਾ ਸਰੀਰ ਜਵਾਨ ਕਿਵੇਂ ਹੋ ਸਕਦਾ ਹੈਗਾ। ਕਿਉਂਕਿ ਇਹ ਜਿਹੜੀ ਗੱਲ ਸੀਗੀ ਇਹ ਬਾਹਰ ਦੀ ਦੁਨੀਆ ਦੇ ਵਿੱਚ ਜਿਹੜੀ ਕਿ ਇਸ ਨੂੰ ਨਹੀਂ ਮੰਨਿਆ ਜਾ ਸਕਦਾ, ਇਸ ਕਰਕੇ ਕਿਉਂਕਿ ਜਿਹੜੇ ਇਹਨਾਂ ਦੀ ਬੁੱਧੀ ਬਾਹਰ ਦੀ ਹੁੰਦੀ ਹੈ ਉਹ ਅੰਤਰਮੁਖੀ ਜੋ ਅਚਰਜ ਲੀਲਾ ਹੁੰਦੀਆਂ ਉਹਨਾਂ ਦਾ ਗਿਆਨ ਜਿਹੜਾ ਹੈਗਾ ਉਹਨਾਂ ਨੂੰ ਉਹ ਨਹੀਂ ਜਾਣ ਸਕਦੇ। ਸੋ ਖੈਰ ਇਹਨੇ ਇਹਦੇ ਵਿੱਚ ਭਲਾਈ ਸਮਝੀ ਵੀ ਕਿਉਂ ਨਾ ਹੋਵਾਂ ਵੀ ਮੈਂ ਚੁੱਪ ਕਰ ਜਾਵਾਂ, ਕਿਉਂਕਿ ਅਗਰ ਮੈਂ ਇਸ ਗੱਲ ਦਾ ਰੌਲਾ ਪਾ ਤਾਂ ਲੋਕ ਮੈਨੂੰ ਜਿਹੜੇ ਹੈਗੇ ਆ ਉਹ ਪਾਗਲ ਕਹਿਣਗੇ। ਦੂਸਰੀ ਗੱਲ ਅਗਰ ਮੈਂ ਵਾਪਸ ਚਲੇ ਵੀ ਗਿਆ ਉੜੀਸਾ ਦੇ ਵਿੱਚ ਤਾਂ ਮੇਰੀ ਜਿਹੜੀ ਘਰ ਵਾਲੀ ਮੈਨੂੰ ਪਛਾਣੂਗੀ ਨਹੀਂ, ਕਿਉਂਕਿ ਮੇਰੇ ਸਰੀਰ ਦੇ ਵਿੱਚ ਵੀ ਤਬਦੀਲੀ ਆ ਗਈ ਹੈਗੀ ਆ ਤਾਂ ਮੈਂ ਬੁਢਾਪੇ ਤੋਂ ਬਿਲਕੁਲ ਜੰਗ ਅਵਸਥਾ ਵਿੱਚ ਪਹੁੰਚ ਗਿਆ ਹੈ। ਖੈਰ ਇਸ ਤਰ੍ਹਾਂ ਇਹ ਸੋਚ ਰਿਹਾ ਸੀਗਾ। ਉੱਥੇ ਇੱਕ ਹੋਰ ਕੋਈ ਵਿਦਵਾਨ ਜਿਹੜਾ ਪੰਡਤ ਸੀਗਾ ਉਹ ਵੀ ਨਹਾਉਣ ਆ ਗਿਆ। ਜਦ ਨਹਾਉਣ ਗਿਆ ਉਹਦੀ ਨਜ਼ਰ ਜਿਹੜੀ ਸੀਗੀ ਇਸ ਲੜਕੇ 'ਤੇ ਪੈ ਗਈ। ਉਹਨੇ ਇਹਨੂੰ ਸਧਾਰਨ ਪੁੱਛਿਆ ਵੀ ਤੂੰ ਕੌਣ ਆ। ਇਹ ਕਹਿਣ ਲੱਗਾ ਕਿ ਮੈਂ ਹੁਣ ਤੈਨੂੰ ਕੀ ਦੱਸਾਂ ਕਿ ਮੈਂ ਕੌਣ ਹੈਗਾ, ਮੈਂ ਇੱਕ ਜਣੀ ਪੰਡਤਾਂ ਦਾ ਲੜਕਾ ਹੈਗਾ, ਬਸ ਇਹਨੇ ਇੰਨੀ ਗੱਲ ਹੀ ਆਖੀ ਸੀ। ਤਾਂ ਉਹ ਕਹਿਣ ਲੱਗਾ ਕਿ ਲੱਗਦਾ ਹੈਗਾ ਵੀ ਤੂੰ ਵੀ ਥੋੜ੍ਹਾ ਬਹੁਤ ਗਿਆਨ ਜਿਹੜਾ ਇਹਨਾਂ ਦਾ ਗ੍ਰੰਥਾਂ ਦਾ ਜਾਣਦਾ। ਕਹਿੰਦਾ ਹਾਂ ਜਾਣਦਾ ਤਾਂ ਹੈ। ਤਾਂ ਫਿਰ ਉੱਥੇ ਦਾ ਪੰਡਤ ਕਾਸ਼ੀ ਦਾ ਕਹਿਣ ਲੱਗਾ, ਕਹਿੰਦਾ ਵੀ ਇਹ ਜਿਹੜੇ ਗ੍ਰੰਥ ਵੇਦ ਆ ਇਹਨਾਂ ਦੀ ਜਿਹੜੀ ਹੈਗੀ ਆ ਮੈਂ ਆਮ ਬੱਚਿਆਂ ਨੂੰ ਜਿਹੜੀਆਂ ਕਲਾਸਾਂ ਲਿਆ ਕੇ ਵਧੀਆ ਢੰਗ ਦੇ ਨਾਲ ਸਿੱਖਿਆ ਦਿੰਦਾ ਹੈਗਾ, ਅਤੇ ਅਗਰ ਤੂੰ ਪੜ੍ਹਨਾ ਹੈਗਾ ਤਾਂ ਮੇਰੇ ਕੋਲ ਪੜ੍ਹ ਸਕਦਾ ਹੈਗਾ। ਗੱਲ ਕੀ ਆ, ਇਹੋ ਹੀ ਜਿਹੜਾ ਆਦਮੀ ਉੜੀਸਾ ਵਾਲਾ ਸੀਗਾ ਪੰਡਤ, ਇਹ ਉਸ ਪੰਡਤ ਦੇ ਕੋਲ 12 ਸਾਲ ਇਹਨੇ ਵਿੱਦਿਆ ਜਿਹੜੀ ਉਹ ਪੜ੍ਹੀ ਆ। 12 ਸਾਲ ਵਿੱਦਿਆ ਪੜ੍ਹਨ ਤੋਂ ਬਾਅਦ, ਕਿਉਂਕਿ ਪਹਿਲਾਂ ਪੰਡਤ ਦਾ ਗਿਆਤਾ ਸੀਗਾ ਇਸ ਕਰਕੇ ਇਸ ਵਿੱਦਿਆ 'ਚ ਬੜਾ ਨਿਪੁੰਨ ਹੋ ਗਿਆ। ਬਹੁਤ ਸਾਰੇ ਜਿਹੜੇ ਸ਼ਲੋਕ ਸੀਗੇ ਰਹਿੰਦੇ ਸੀਗੇ ਇਹਨੇ ਜਵਾਨੀ ਕੰਠ ਕਰ ਲਏ। ਬਹੁਤ ਸਾਰੇ ਜਿਹੜੇ ਸ਼ਾਸਤਰਾਂ ਦਾ ਜਿਹੜਾ ਪੁਰਾਣਾ ਦਾ ਹੋਰ ਵੀ ਅਧਿਐਨ ਕੀਤਾ ਅਤੇ ਮਨ ਵਿੱਚ ਖਿਆਲ ਵੀ ਆਵੇ ਕਿ ਮੈਂ ਉੱਥੇ ਉੜੀਸਾ ਦੇ ਵਿੱਚ ਸੀਗਾ, ਉੱਥੇ ਮੇਰੀ ਘਰ ਵਾਲੀ ਵੀ ਆ ਅਤੇ ਉਹਦਾ ਪਤਾ ਨਹੀਂ ਕੀ ਹੱਲ ਹੋਊਗਾ। ਇਹ ਚੱਕਰ ਮੇਰੇ ਨਾਲ ਪਤਾ ਨਹੀਂ ਕੀ ਚੱਲ ਗਿਆ ਹੈਗਾ। ਪਰ ਹੁਣ ਇਹ ਆਪਣੀ ਗੱਲ ਜਿਹੜੀ ਉਹ ਸਾਂਝੀ ਕਿਸੇ ਦੇ ਨਾਲ ਕਰੇ। ਅਖੀਰ 12 ਸਾਲ ਦੀ ਵਿੱਦਿਆ ਜਦੋਂ ਪੂਰੀ ਹੋਣ ਲੱਗਾ ਉਹ ਪੰਡਤ ਇਹਨੂੰ ਕਹਿਣ ਲੱਗਾ ਕਿ ਮੇਰਾ ਜਿਹੜਾ ਸਰੀਰ ਬਿਰਧ ਹੋ ਗਿਆ ਹੈਗਾ ਅਤੇ ਇਸ ਕਰਕੇ ਮੇਰਾ ਕੋਈ ਪਤਾ ਨਹੀਂ ਕਿ ਮੇਰੇ ਕਿਹੜੇ ਟਾਈਮ ਜਿਹੜਾ ਉਹ ਪ੍ਰਾਣ ਨਿਕਲ ਜਾਣਾ। ਅਤੇ ਉਸ ਪੰਡਤ ਨੇ ਜਿਹਨੇ ਇਹਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀਗਾ ਉਹ ਕਹਿਣ ਲੱਗਾ ਕਿ ਮੇਰੀ ਇੱਕ ਲੜਕੀ ਹੈਗੀ ਆ ਅਤੇ ਮੈਂ ਇਹ ਸੋਚਦਾ ਹੈਗਾ ਕਿ ਮੇਰੀ ਲੜਕੀ ਦੀ ਸ਼ਾਦੀ ਕਿਸੇ ਐਸੇ ਵਿਦਵਾਨ ਪੰਡਤ ਦੇ ਨਾਲ ਹੋਵੇ ਜਿਹਨੂੰ ਗ੍ਰੰਥਾਂ ਦਾ ਬਹੁਤ ਸਾਰਾ ਗਿਆਨ ਹੋਵੇ। ਹੁਣ ਤੂੰ ਵੀ ਇੱਕ ਨੌਜਵਾਨ ਹੈਗਾ, ਬੇਸ਼ੱਕ ਤੇਰੇ ਮਾਂ-ਬਾਪ ਜਿਹੜੇ ਉਹ ਨਹੀਂ ਹੈਗੇ, ਨਾ ਤੈਨੂੰ ਗਿਆਨ ਹੀ ਹੈ ਕਿਸੇ ਚੀਜ਼ ਦਾ, ਚੱਲ ਤੈਨੂੰ ਮੈਂ ਆਪਣਾ ਘਰ ਜਵਾਈ ਬਣਾ ਲੈਂਦਾ, ਤੂੰ ਮੇਰੀ ਲੜਕੀ ਦੇ ਨਾਲ ਸ਼ਾਦੀ ਕਰ ਲੈ। ਜਦੋਂ ਇੰਨੀ ਗੱਲ ਹੋਈ ਆ ਅਤੇ ਇਹ ਵੀ ਚੁੱਪ ਕਰ ਗਿਆ ਅਤੇ ਮਨ 'ਚ ਸੋਚੇ ਵੀ ਮੇਰੀ ਤਾਂ ਇੱਕ ਘਰ ਵਾਲੀ ਉੱਥੇ ਉੜੀਸਾ ਵਿੱਚ ਜਗਨੇਸ਼ਵਰ ਮੰਦਿਰ ਦੇ ਨਾਲ ਸੀ, ਇੱਕ ਮਕਾਨ ਕਿਰਾਏ 'ਤੇ ਰਹਿੰਦੀ ਆ, ਉੱਥੇ ਰਹਿੰਦੀ ਆ। ਪਰ ਹੁਣ ਕੀ ਕਰੇ ਅਤੇ ਕੀ ਨਾ ਕਰੇ ਕੋਈ ਸਮਝ ਨਾ ਆਏ। ਇਹਨੇ ਅਖੀਰ ਜਿਹੜੀ ਉਸ ਨੂੰ ਹਾਂ ਕਰ ਦਿੱਤੀ ਅਤੇ ਉਹ ਜਿਹੜਾ ਉਸਤਾਦ ਪੰਡਤ ਸੀ ਕਾਸ਼ੀ ਦਾ ਉਹਦੀ ਲੜਕੀ ਦੇ ਨਾਲ ਸ਼ਾਦੀ ਕਰ ਲਈ। ਜਦ ਲੜਕੀ ਦੇ ਨਾਲ ਸ਼ਾਦੀ ਕੀਤੀ ਆ ਅਤੇ ਉਸ ਤੋਂ ਬਾਅਦ ਉਹ ਜਿਹੜਾ ਪੰਡਤ ਸੀਗਾ ਜਿਹਨੇ ਨੂੰ ਵਿੱਦਿਆ ਦਿੱਤੀ ਸੀ
ਉਹਦੀ ਤਾਂ ਮ੍ਰਿਤੂ ਹੋ ਗਈ, ਇਹਨੇ ਉਹਦਾ ਕਿਰਿਆ ਕਰਮ ਕਰ ਦਿੱਤਾ। ਉਸ ਤੋਂ ਬਾਅਦ ਜਦ ਲੜਕੀ ਨਾਲ ਸ਼ਾਦੀ ਕੀਤੀ, ਉਹਦੇ ਘਰ ਰਹਿਣ ਲੱਗਾ, ਬੱਚੇ ਹੋ ਗਏ। ਸਮਾਂ ਜਿਹੜਾ ਸੀ ਉਹ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ। ਅਖੀਰ ਬੱਚੇ ਜਵਾਨ ਹੋ ਗਏ, ਵਿਆਹੇ ਗਏ। ਵਿਆਹੁਣ ਤੋਂ ਬਾਅਦ ਜਿਹੜੇ ਹਨ ਇਹ ਫਿਰ ਪਹਿਲੇ ਵਰਗੀ ਦਸ਼ਾ ਹੋ ਗਈ। ਇਹ ਬਿਲਕੁਲ ਫਿਰ ਫਰੀ ਹੋ ਗਿਆ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ। ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਫਰੀ ਹੋ ਗਿਆ ਅਤੇ ਮਨ ਵਿੱਚ ਇਹਦੇ ਹਨ ਇਹ ਗੱਲ ਖੜਕਦੀ ਰਹਿਣੀ ਆ ਕਿ ਮੈਂ ਉੱਥੇ ਨਹਾਉਣ ਗਿਆ ਸੀਗਾ, ਮੈਂ ਇੱਥੇ ਕਿਵੇਂ ਆ ਗਿਆ, ਇਹ ਮੇਰੇ ਨਾਲ ਕੀ ਹੋ ਗਿਆ ਹੈਗਾ, ਇਹ ਇੱਕ ਦੇ ਵਿੱਚ ਦੋ ਸੰਸਾਰ ਕਿਵੇਂ ਬਦਲ ਗਿਆ ਹੈ। ਇਸ ਤਰ੍ਹਾਂ ਦੀ ਇਹਦੇ ਵਿੱਚ ਜਿਹੜੀ ਸੋਚ ਉਹ ਚੱਲਦੀ ਰਹਿਣੀ। ਅਖੀਰ ਕਰਦੇ ਕਰਦੇ ਇੱਕ ਦਿਨ ਇਹਦੀ ਜਿਹੜੀ ਬਿਰਧ ਇਸਤਰੀ ਸੀਗੀ ਇਸੇ ਹੀ ਕਾਸ਼ੀ ਦੀ, ਉਹਨੂੰ ਕਹਿਣ ਲੱਗਾ ਵੀ ਭਗਵਾਨ ਨੇ ਅੱਜ ਇੱਕ ਦਿਨ ਤਿਉਹਾਰ ਬਹੁਤ ਵਧੀਆ ਹੈਗਾ, ਤੂੰ ਇਸ ਤਰ੍ਹਾਂ ਕਰ ਵੀ ਤੂੰ ਘਰ ਦੇ ਵਿੱਚ ਖਿਚੜੀ ਬਣਾ ਅਤੇ ਮੈਂ ਹੈ ਨਾ ਜਾਨੂੰ ਜਿਹੜਾ ਹੈਗਾ ਉਹ ਇਸ ਘਾਟ ਦੇ ਵਿੱਚ ਨਹਾ ਕੇ ਆਉਂਦਾ ਹੈਗਾ। ਇਹ ਜਿਹੜੇ ਸੱਜਣ ਸੀਗੇ ਇਹ ਨਦੀ ਦੇ ਵਿੱਚ ਨਹਾਉਣ ਚੱਲ ਗਏ। ਜਦ ਨਦੀ ਦੇ ਵਿੱਚ ਨਹਾਉਣ ਚੱਲ ਗਏ ਅਤੇ ਉੱਥੇ ਦਸ਼ਾ ਘਾਟ ਸਮੇਤ ਘਾਟ ਦੇ ਉੱਤੇ ਜਦੋਂ ਨੇ ਫੇਰ ਚੁੱਭੀ ਲਾਈ ਜਾਂ ਇੱਕੋ ਚੁੱਭੀ ਲਾ ਕੇ ਬਾਹਰ ਜਿਹੜਾ ਸੀਗਾ ਨਿਕਲੇ ਤਾਂ ਕੀ ਦੇਖਿਆ ਹੈਗਾ, ਇਹ ਫਿਰ ਉੜੀਸਾ ਜਿਹੜੇ ਸੀ ਉਸੇ ਸਮੁੰਦਰ 'ਚ ਜਿਹੜੇ ਸੀ ਖੜ੍ਹੇ ਸੀਗੇ ਜਿੱਥੇ ਪਹਿਲਾਂ ਜਿਹੜੇ ਸੀ ਉਹ ਵਾਪਸ ਇਹ ਉੱਥੋਂ ਕਾਸ਼ੀ ਆ ਗਏ ਸੀਗੇ। ਜਦ ਇਹਨਾਂ ਨੇ ਦੇਖਿਆ ਵੀ ਮੈਂ ਸਮੁੰਦਰ 'ਚ ਖੜਾ ਹੈਗਾ ਤਾਂ ਮੈਂ ਤਾਂ ਉੱਥੇ ਕਾਸ਼ੀ ਦਸ਼ਾ ਅਸਮੇਤ ਘਾਟ 'ਤੇ ਸੀਗਾ ਅਤੇ ਮੈਂ ਚੁੱਭੀ ਲਾ ਕੇ ਇੱਥੇ ਕਿਵੇਂ ਪਹੁੰਚ ਗਿਆ। ਇਹ ਜਦ ਸੋਚ ਕੇ ਜਦ ਉਹਨੇ ਬਾਹਰ ਨਿਕਲੇ ਅਤੇ ਜਦ ਆਪਣੇ ਸਰੀਰ ਨੂੰ ਦੇਖਿਆ ਤਾਂ ਸਰੀਰ ਜਿਹੜਾ ਸੀਗਾ ਬਿਲਕੁਲ ਉਹ ਕਿਉਂਕਿ ਜਿੱਦਾਂ ਉੱਧਰ ਬਿਰਧ ਹੋ ਗਿਆ ਸੀ ਇੱਧਰ ਵੀ ਬਿਰਧ ਹੋ ਗਿਆ। ਅਤੇ ਜਦ ਬਾਹਰ ਜਿਹੜੀ ਨਜ਼ਰ ਮਾਰੀ ਕੀ ਦੇਖਿਆ, ਉਹ ਜਿਹੜੇ ਬਾਹਰ ਕੱਪੜੇ ਸੀਗੇ ਉਸ ਉੜੀਸਾ ਵਾਲੇ ਘਾਟ ਉੱਤੇ ਪਏ ਸੀਗੇ ਸਮੁੰਦਰ ਦੇ ਵਿੱਚ, ਉਹ ਕੱਪੜੇ ਵੀ ਉਸੇ ਤਰ੍ਹਾਂ ਪਏ ਸੀ, ਸੋਟਾ ਵੀ ਉਸੇ ਤਰ੍ਹਾਂ ਪਿਆ ਸੀਗਾ। ਮਨ 'ਚ ਹੈਰਾਨ ਹੋ ਗਏ ਵੀ ਇੰਨੇ ਸਾਲ ਮੈਂ ਕਾਸ਼ੀ 'ਚ ਰਹਿ ਗਿਆ, ਇਹ ਕੱਪੜੇ ਵੀ ਮੇਰੇ ਇਸ ਤਰ੍ਹਾਂ ਪਏ ਆ, ਇਹ ਮੇਰਾ ਸੋਟਾ ਵੀ ਇਸ ਤਰ੍ਹਾਂ ਪਿਆ ਹੈਗਾ, ਇਹ ਕੀ ਖੇਡ ਮੇਰੇ ਨਾਲ ਵਾਪਰਦਾ ਹੈਗਾ। ਖੈਰ ਜਦੋਂ ਆਪਣੇ ਕੱਪੜੇ ਨਹੀਂ ਚੱਕੇ ਪਛਾਣੇ ਦੇਖਿਆ ਉਹੀ ਕੱਪੜੇ ਆ। ਉਹ ਸੋਚਿਆ ਸ਼ਾਇਦ ਮਾਲੇ ਫਟ ਗਏ ਹੋਣਗੇ, ਕੁਛ ਵੀ ਨਹੀਂ, ਕੱਪੜੇ ਉਸੇ ਤਰ੍ਹਾਂ ਪਏ ਸੀਗੇ। ਕੱਪੜੇ ਚੱਕ ਕੇ ਮਨ 'ਚ ਸੋਚਣ ਲੱਗ ਪਿਆ। ਜਦ ਦੇਖਿਆ ਆਲਾ ਦੁਆਲਾ ਸਾਰਾ ਕਿ ਵੀ ਕੋਈ ਚੀਜ਼ ਬਦਲੀ ਤਾਂ ਨਹੀਂ, ਜਦ ਦੇਖਿਆ ਤਾਂ ਉਹੀ ਸਾਰਾ ਕੁਛ ਜਿਹੜਾ ਪਹਿਲਾਂ ਸੀਗਾ ਉਸੇ ਤਰ੍ਹਾਂ ਸਾਰਾ ਕੁਛ ਨਜ਼ਰ ਆਉਂਦਾ ਹੈਗਾ। ਮਨ 'ਚ ਬੜੇ ਹੈਰਾਨ ਹੋਏ ਕਿ ਸਭ ਕੁਛ ਤਾਂ ਉਸੇ ਤਰ੍ਹਾਂ ਹੈ। ਫਿਰ ਮਨ 'ਚ ਸੋਚਿਆ ਵੀ ਜਿਸ ਘਰ ਦੇ ਵਿੱਚ ਮੈਂ ਰਹਿੰਦਾ ਹੈਗਾ ਉਹ ਮੈਂ ਘਰ ਵੀ ਆਪਣਾ ਦੇਖ ਕੇ ਆਵਾਂ। ਖੈਰ ਜਦੋਂ ਸੋਟਾ ਲੈ ਕੇ ਕੱਪੜੇ ਬਸਤਰ ਲੈ ਕੇ ਜਦ ਘਰ ਦੇ ਵਿੱਚ ਪਹੁੰਚਿਆ ਅਤੇ ਕੀ ਦੇਖਿਆ ਇਹਦੀ ਉਹੀ ਜਿਹੜੀ ਪਤਨੀ ਹੈਗੀ ਆ ਉਹ ਘਰ ਦੇ ਵਿੱਚ ਹੈ ਨਾ ਰਸੋਈ ਦੇ ਵਿੱਚ ਖੜੀ ਜਿਹੜੀ ਹੈ ਕੁਛ ਬਣਾਉਣ ਵਾਸਤੇ ਉਹ ਚੌਲ ਜਿਹੜੇ ਹੈਗੇ ਆ ਉਹਨਾਂ ਨੂੰ ਛਾਂਟ ਕਰ ਰਹੀ ਆ, ਉਹਨਾਂ ਨੂੰ ਚੁਗ ਰਹੀ ਆ, ਉਹਦੇ ਵਿੱਚੋਂ ਦਾਣਾ ਕੰਕਰ ਜਿਹੜੇ ਬਾਹਰ ਕੱਢ ਰਹੀ ਆ। ਇਹ ਜਦ ਅੰਦਰ ਆਇਆ ਅਤੇ ਉਹਨੇ ਨਜ਼ਰ ਮਾਰੀ ਅਤੇ ਜਦ ਨਜ਼ਰ ਮਾਰੀ ਤਾਂ ਇਹਦੀ ਔਰਤ ਨੇ ਉਹਨੇ ਕੀ ਦੇਖਿਆ, ਹੱਥ ਦੇ ਵਿੱਚ ਸੋਟਾ ਹੈਗਾ, ਸੁੱਕੇ ਕੱਪੜੇ ਆ। ਅਤੇ ਉਹ ਕਹਿਣ ਲੱਗੀ, ਕਹਿੰਦੀ ਸਵਾਮੀ ਕੀ ਗੱਲ ਹੋਈ, ਤੁਸੀਂ ਅੱਜ ਘਾਟ ਦੇ ਵਿੱਚ ਨਹਾਉਣ ਗਏ ਆ ਅਤੇ ਮੈਨੂੰ ਕਹਿ ਗਏ ਆ ਕਿ ਮੇਰੇ ਵਾਸਤੇ ਖਿਚੜੀ ਬਣਾ ਕੇ ਲਿਆ, ਹਜੇ ਤੱਕ ਖਿਚੜੀ ਦਾ ਪਾਣੀ ਗਰਮ ਵੀ ਨਹੀਂ ਹੋਇਆ ਅਤੇ ਤੁਸੀਂ ਘਾਟ 'ਚ ਇਸ਼ਨਾਨ ਕੀਤਾ ਹੈਗਾ, ਕੋਈ ਇੱਥੇ ਪਾਠ ਪੂਜਾ ਬਹਿ ਕੇ ਕੀਤੀ ਕਿ ਸਿੱਧੇ ਬਿਨਾਂ ਨਹਾਉਣ ਤੋਂ ਵਾਪਸ ਆ ਗਏ ਆ, ਤੁਸੀਂ ਬੜੀ ਛੇਤੀ ਅੱਜ ਵਾਪਸ ਮੁੜੇ ਆਏ ਆ। ਜਦ ਇਸ ਪੰਡਿਤ ਨੇ ਆਪਣੀ ਪਤਨੀ ਤੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਬਸ ਫੇਰ ਕੀ ਸੀ, ਫੇਰ ਤਾਂ ਪੰਡਿਤ ਜਿਹੜਾ ਸੀਗਾ ਇਹ ਤਾਂ ਹੋਰ ਵੀ ਚਕਰਤ ਹੋ ਗਿਆ, ਤਾਂ ਜਿਹੜਾ ਸੀ ਪਿੱਛੇ ਬੇਹੋਸ਼ ਹੋ ਕੇ ਡਿੱਗ ਪਿਆ। ਜਦ ਬੇਹੋਸ਼ ਹੋ ਕੇ ਡਿੱਗ ਗਿਆ ਹੈਗਾ ਤਾਂ ਉਹਦੀ ਪੜਤਾਣੀ ਨੇ ਫਟਾਫਟ ਇਹਨੂੰ ਜਲ ਪਾਣੀ ਪਿਲਾਇਆ ਅਤੇ ਇਹ ਜਦੋਂ ਚੱਕਰ ਖਾ ਕੇ ਡਿੱਗਿਆ ਮੁੜ ਕੇ ਹੋਸ਼ 'ਚ ਆਇਆ। ਆਲੇ ਦੁਆਲੇ ਦੇਖੇ ਉਹਦੀ ਪਤਨੀ ਕਹਿਣ ਲੱਗੀ ਕੀ ਗੱਲ ਹੋਈ ਆ, ਤੁਸੀਂ ਤਾਂ ਇੱਥੋਂ ਚੰਗੇ ਭਲੇ ਸੀ, ਤੁਹਾਨੂੰ ਚੱਕਰ ਕਾਹਦਾ ਆ ਗਿਆ, ਅਤੇ ਮੈਂ ਤਾਂ ਤੁਹਾਡੇ ਵਾਸਤੇ ਹਜੇ ਤਾਂ ਖਿਚੜੀ ਬਣਾਉਣ ਹੀ ਲੱਗੀ ਹਾਂ। ਅਤੇ ਜਦ ਇੰਨੀ ਗੱਲ ਹੋਈ ਤਾਂ ਇਹ ਪੰਡਿਤ ਬੋਲ ਪਿਆ, ਕਹਿਣ ਲੱਗਾ ਵੀ ਤੇਰੇ ਵਰਗੀ ਪੰਡਤਾਣੀ ਤਾਂ ਜਿਹੜੀ ਹੈਗਾ ਇੱਕ ਮੈਂ ਕਾਸ਼ੀ ਵਿੱਚ ਵੀ ਜਿਹੜੀ ਹੈਗੀ ਆ ਉਹ ਛੱਡ ਕੇ ਆਇਆ, ਉਹਨੇ ਵੀ ਮੈਂ ਕਹਿਤਾ ਹੈ ਵੀ ਤੂੰ ਖਿਚੜੀ ਬਣਾ ਲਾ, ਅਤੇ ਤੂੰ ਇੱਧਰ ਵੀ ਖਿਚੜੀ ਜਿਹੜੀ ਬਣਾ ਰਹੀ ਆ ਉੱਧਰ ਵੀ ਖਿਚੜੀ ਬਣਾ ਰਹੀ ਆ। ਇਹ ਇੱਕ ਦੀਆਂ ਦੋ ਪਤਨੀਆਂ, ਦੋ ਪਰਿਵਾਰ, ਮੇਰਾ ਤਾਂ ਸਾਰਾ ਕੁਛ ਜਾਣੀ ਕਿ ਜਿਹੜਾ ਹੈਗਾ ਉਹ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ ਹੈ ਵੀ ਇੱਕ ਜਗ੍ਹਾ ਮੈਂ ਦੋ ਜਗ੍ਹਾ ਕਿਵੇਂ ਆ ਜਾਂਦਾ ਹੈਗਾ, ਇੱਥੇ ਵੀ ਉਹੀ ਪਰਿਵਾਰ ਉੱਥੇ ਵੀ ਉਹੀ ਪਰਿਵਾਰ ਆ। ਜਦ ਇਸ ਪੰਡਿਤ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਘਰ ਵਾਲੀ ਨੇ ਕੀਤੀਆਂ ਅਤੇ ਘਰ ਵਾਲੀ ਨੇ ਮਨ 'ਚ ਸੋਚਿਆ ਕਿ ਬੇਹੋਸ਼ ਹੋ ਕੇ ਡਿੱਗ ਪਿਆ, ਲੱਗਦਾ ਇਹਦੇ ਹੈ ਨਾ ਮੱਥੇ 'ਤੇ ਸੱਟ ਵੱਜ ਗਈ ਆ, ਤਾਂ ਜੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਹਨ ਉਹ ਹਰਕਤਾਂ ਕਰਨ ਲੱਗ ਪਿਆ ਹੈਗਾ ਪਾਗਲਾਂ ਵਰਗੀਆਂ। ਉਹਦੀ ਘਰ ਵਾਲੀ ਕਹਿੰਦੀ ਕੋਈ ਨਹੀਂ ਸਵਾਮੀ ਜੀ, ਮੈਂ ਸਮਝ ਗਈ ਹੈਗੀ ਆ, ਤੁਸੀਂ ਹੈ ਨਾ ਹੋਰ ਕੁਛ ਨਹੀਂ, ਥੋੜ੍ਹਾ ਚਿਰ ਆਰਾਮ ਕਰ ਲਓ, ਤੁਸੀਂ ਥੋੜ੍ਹਾ ਚਿਰ ਸੌਂ ਲਓ, ਜਾਂ ਤੁਹਾਨੂੰ ਹੈ ਨਾ ਫਿਰ ਥੋੜ੍ਹਾ ਜਿਹਾ ਜਦੋਂ ਤੁਹਾਡਾ ਦਿਮਾਗ ਜਿਹੜਾ ਬਿਲਕੁਲ ਠੰਡਾ ਹੋ ਜਾਊਗਾ, ਤੁਹਾਨੂੰ ਸੁਰਤ ਆਊਗੀ, ਫਿਰ ਤੁਹਾਨੂੰ ਪਤਾ ਲੱਗਣਾ ਹੈਗਾ ਕਿ ਮੇਰਾ ਆਪਣਾ ਹੀ ਘਰ ਆ, ਕੋਈ ਹੋਰ ਨਹੀਂ ਹੈਗਾ, ਮੈਂ ਕਿਤੇ ਨਹੀਂ ਗਈ, ਮੈਂ ਉੱਥੇ ਹੀ ਗਈ ਹਾਂ। ਜਦ ਇੰਨੀ ਗੱਲ ਹੋਈ ਆ ਤਾਂ ਉਹ ਪੰਡਿਤ ਹੋਰ ਵੀ ਹੈਰਾਨ ਹੋ ਗਿਆ। ਜਦ ਮੰਜੇ 'ਤੇ ਦੇਖਿਆ ਕਮਰੇ 'ਚ ਗਿਆ, ਉਹੀ ਕਮਰੇ, ਉਹੀ ਸਮਾਨ, ਉਹੀ ਸਾਰਾ ਕੁਛ। ਫਿਰ ਮਨ ਦੇ ਵਿੱਚ ਹੈ ਨਾ ਫਿਰ ਜਿਹੜਾ ਸੀਗਾ ਪੰਡਿਤ ਜਿਹੜਾ ਸੀ ਰਾਮ ਕਰਨ ਲੱਗ ਪਿਆ ਕਿ ਇਹ ਸੱਚੇ ਪਾਤਸ਼ਾਹ ਇਹ ਜਿਹੜਾ ਹੈਗਾ ਇਹ ਕੀ ਚੀਜ਼ ਹੈਗੀ ਆ। ਜਦ ਇਸ ਤਰ੍ਹਾਂ ਮੰਜੇ 'ਤੇ ਬੈਠ ਕੇ ਸੋਚਣ ਲੱਗਾ, ਕਹਿੰਦੇ ਫਿਰ ਇਸ ਪੰਡਿਤ ਨੂੰ ਆਕਾਸ਼ਬਾਣੀ ਹੋਈ। ਇਸ ਆਕਾਸ਼ਬਾਣੀ ਦੇ ਵਿੱਚ ਇਹਨੂੰ ਦੱਸਿਆ, ਕਹਿੰਦੇ ਭਾਈ ਵੀ ਤੂੰ ਸਾਰੀ ਉਮਰ ਨਿਸ਼ਕਾਮ ਸੇਵਾ ਕੀਤੀ ਆ ਅਤੇ ਤੇਰੇ ਮਨ ਦਾ ਇਹ ਫੁਰਨਾ ਸੀਗਾ ਕਿ ਜਿਵੇਂ ਮਾਰਕੰਡੇ ਰਿਸ਼ੀ ਨੂੰ ਅਸੀਂ ਯੋਗ ਮਾਇਆ ਜਿਹੜੀ ਸੀਗੀ ਉਹ ਦਿਖਾਈ ਸੀ,
ਤੇ ਤੇਰੇ ਮਨ ਦੇ ਵਿੱਚ ਵੀ ਇਹ ਫੁਰਨਾ ਬਣਿਆ ਸੀਗਾ ਕਿ ਅਗਰ ਉਹਨੂੰ ਤੁਸੀਂ ਜੋਗ ਮਾਇਆ ਦਿਖਾ ਸਕਦੇ ਆ ਤੇ ਮੇਰੇ ਤੇ ਵੀ ਕਿਰਪਾ ਕਰੋ, ਮੈਂ ਵੀ ਇਹ ਜੋਗ ਮਾਇਆ ਦੇਖਣੀ ਚਾਹੁੰਦਾ ਹੈਗਾ। ਇਸ ਕਰਕੇ ਤੈਨੂੰ ਇਹ ਜੋਗ ਮਾਇਆ ਦੀ ਇੱਕ ਝਲਕ ਜਿਹੜੀ ਹੈਗੀ ਉਹ ਦਿਖਾ ਦਿੱਤੀ ਗਈ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹੋ ਜਿਹੀਆਂ ਜਿਹੜੀਆਂ ਵਿਚਿੱਤਰ ਮਾਇਆ ਦੀਆਂ ਖੇਡਾਂ ਹੈਗੀਆਂ ਉਸ ਪਰਮੇਸ਼ਰ ਦੇ ਜਿਹੜਾ ਹੈਗਾ ਉਹ ਅੰਦਰ ਉਹਦੀ ਕਿਰਪਾ ਦੇ ਵਿੱਚ ਇਸ ਕੁਦਰਤ ਦੇ ਵਿੱਚ ਅਨੰਤ ਤਰ੍ਹਾਂ ਦੀਆਂ ਵਾਪਰ ਰਹੀਆਂ ਹੈਗੀਆਂ। ਇਸ ਕਰਕੇ ਸਾਨੂੰ ਬਾਬੇ ਨੇ ਆਖਿਆ ਨਾ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖ ਸਾਰ, ਕੁਦਰਤ ਪਤਾਲੀ ਆਕਾਸ਼ੀ। ਕੋਈ ਪਤਾ ਨਹੀਂ ਲੱਗਦਾ ਇਹ ਜਿਹੜੀ ਕੁਦਰਤ ਹੈਗੀ ਹੈ ਕਿੰਨੇ ਰੰਗਾਂ ਭਾਤਾਂ ਦੀ ਇਹ ਜਿਹੜੀ ਜੋਗ ਮਾਇਆ ਵਿਦਿਆ ਹੈਗੀ ਆ ਇਸ ਬ੍ਰਹਿਮੰਡ ਦੇ ਵਿੱਚ ਆਪਣੇ ਕੌਤਕ ਜਿਹੜੀ ਹੈ ਆਪਣੇ ਨਾਲ ਉਹ ਵਰਤਾ ਰਹੀ ਹੈਗੀ ਆ। ਇਹ ਤਾਂ ਪਰਮੇਸ਼ਰ ਹੀ ਜਾਣਦਾ, ਕਿਉਂਕਿ ਉਹ ਆਪ ਬੇਅੰਤ ਹੈ, ਉਹਦੀ ਰਚਨਾ ਬੇਅੰਤ ਹੈ, ਲੇਕਿਨ ਉਹਨੇ ਜੋ ਵੀ ਬਣਾਇਆ ਹੈ ਨਾ ਬੇਅੰਤ ਹੈ। ਕੋਈ ਵੀ ਰਿਸ਼ੀ ਮੁਨੀ ਭਗਤ ਰੱਬ ਦੇ ਪਿਆਰੇ, ਇਸੇ ਕਰਕੇ ਉਸ ਵਾਹਿਗੁਰੂ ਨੂੰ ਅਕਥ ਆਖਦੇ ਆ, ਕਿਉਂਕਿ ਉਹਦੀ ਅਕਥ ਕਥਾ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ। ਇਹੋ ਹੀ ਜਿਹੜਾ ਹੈ ਨਾ ਪਰਮੇਸ਼ਰ ਦਾ ਇਸ ਬ੍ਰਹਿਮੰਡ ਦੇ ਵਿੱਚ ਜੋ ਮਾਇਆ ਦਾ ਜੋ ਪਸਾਰਾ ਹੈਗਾ ਇਹ ਬੜਾ ਅਚੰਭੇਦਾਰ ਹੈ। ਇਸੇ ਕਰਕੇ ਸਾਨੂੰ ਕਲਗੀਧਰ ਮਹਾਰਾਜ ਨੇ ਆਖਿਆ ਕਿ ਸਗਲੀ ਸਿਸ਼ਟ ਦਿਖਾਈ ਅਚੰਭਵ, ਆਦ ਜੁਗਾਦ ਸਰੂਪ ਸੁਜੰਭਵ। ਕਹਿਣ ਤੋਂ ਭਾਵ ਸਾਰੀ ਸ੍ਰਿਸ਼ਟੀ ਦੇ ਵਿੱਚ ਬੜੇ ਅਚੰਭੇ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਇਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਕੰਮ ਕਰ ਰਹੀਆਂ ਹੈਗੀਆਂ। ਸੋ ਕਥਾ ਕਰਦਿਆਂ ਅਨੇਕ ਤਰ੍ਹਾਂ ਦੀਆਂ ਬੇਅੰਤ ਭੁੱਲਾਂ ਸੁਭਾਵਿਕ ਹੋ ਜਾਂਦੀਆਂ। ਸੋ ਅਣਜਾਣ ਸਮਝ ਕੇ ਮਾफ़ ਕਰਨਾ ਜੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।